ਸਾਹਿਬ ਜੀ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ। ਕਿਰਪਾ ਕਟਾਖ ਅਬਲੋਕਨ ਕੀਨੋ, ਦਾਸ ਕਾ ਦੁਖ ਵਿਧਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੇ। ਦਇਆਲ ਪੁਰਖ ਬਖਸ਼ੰਦ, ਜੋ ਮੰਗਹਿ ਠਾਕੁਰ ਆਪਣੇ ਤੇ। ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ। ਇਹਾਂ ਊਹਾਂ ਸੱਚ ਹੋਵੈ, ਨਾਨਕ ਦਾਸ ਮੁਖ ਤੇ ਜੋ ਬੋਲੇ। ਇਹਾਂ ਊਹਾਂ ਸੱਚ ਹੋਵੈ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਕੁਰਸਹੁ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਬੇਸਾਹੋ, ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਖਾਰੀ ਮਹੱਲਾ ਪਹਿਲਾ। ਏ ਮਨ ਮੇਰਿਆ ਤੂੰ ਕਿਆ ਲੈ ਆਇਆ, ਕਿਆ ਲੈ ਜਾਇਸੀ ਰਾਮ। ਏ ਮਨ ਮੇਰਿਆ ਤਾਂ ਛੁਟ ਸੀ, ਜਾ ਭਰਮ ਚੁਕਾਏ ਸੀ ਰਾਮ। ਏ ਮਨ ਮੇਰਿਆ ਤੂੰ ਕਿਆ ਲੈ ਆਇਆ, ਕਿਆ ਲੈ ਜਾਇਸੀ ਰਾਮ। ਏ ਮਨ ਮੇਰਿਆ ਤਾਂ ਛੁਟ ਸੀ, ਜਾ ਭਰਮ ਚੁਕਾਏ ਸੀ ਰਾਮ। ਧਨ ਸੰਚ ਹਰ ਹਰ ਨਾਮ ਵਖਰ, ਗੁਰ ਸ਼ਬਦ ਭਾਉ ਪਛਾਣਹਿ। ਮੈਲ ਪਰ ਹਰ ਸ਼ਬਦ ਨਿਰਮਲ, ਮਹਿਲ ਘਰ ਸੱਚ ਜਾਣਹਿ। ਪਤ ਨਾਮ ਪਾਵਹਿ ਘਰ ਸਿਧਾਵਹਿ, ਝੋਲ ਅੰਮ੍ਰਿਤ ਪੀ ਰਸੋ।
ਹਰ ਨਾਮ ਧਿਆਈਐ ਸ਼ਬਦ ਰਸ ਪਾਈਐ। ਵਡ ਭਾਗ ਜਪੀਐ ਹਰ ਜਸੋ ਪਤ ਨਾਮ ਪਾਵਹਿ ਘਰ ਸਿਧਾਵਹਿ। ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ। ਵਡ ਭਾਗ ਜਪੀਐ ਹਰ ਜਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਬਾਜਾਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਤੁਖਾਰੀ ਰਾਗ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸੰਤਾਂ ਦੀ ਵਿਚਾਰ ਚੱਲ ਰਹੀ ਹੈ। 1113 ਅੰਕ ਤੇ ਦੀਨ ਦਿਆਲੂ ਸਤਿਗੁਰੂ ਜਗਤ ਗੁਰ ਬਾਬਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਸਤਿਗੁਰਾਂ ਦੀ ਕਿਰਪਾ ਸਦਕਾ ਕੱਲ ਵਾਲੀ ਵਿਚਾਰ ਦੇ ਵਿੱਚ ਪਾਤਸ਼ਾਹ ਜੀ ਨੇ ਤੀਸਰੇ ਬੰਦ ਦੀ ਵਿਚਾਰ ਆਪ ਬਖਸ਼ਿਸ਼ ਕਰਕੇ ਕਰਵਾਈ ਸੀ, ਜਿਹਦੇ ਵਿੱਚ ਸਤਿਗੁਰੂ ਜੀ ਨੇ ਇਹ ਦੱਸਣਾ ਕੀਤਾ, ਸਾਨੂੰ ਉਪਦੇਸ਼ ਬਖਸ਼ਿਆ ਕਿ ਇਹ ਜੀਵ ਜੇ ਤੂੰ ਜਮਾਂ ਦੀ ਚੋਟਾਂ ਤੋਂ ਬਚਣਾ ਚਾਹੁੰਦਾ ਹੈ, ਜੇ ਤੂੰ ਇਹ ਲੋਚਦਾ ਹੈ ਕਿ ਮੇਰੇ ਮਨ ਦੀ ਭਟਕਣਾ ਦੂਰ ਹੋ ਜਾਵੇ, ਮੇਰੇ ਮਨ ਨੂੰ ਟਿਕਾ ਠਹਿਰਾਵ ਪ੍ਰਾਪਤ ਹੋ ਜਾਵੇ, ਫਿਰ ਗੁਰਦੇਵ ਪਿਤਾ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਭਾਈ ਤੂੰ ਥਿਰ ਹੋ ਕੇ ਇਕਾਗਰ ਚਿੱਤ ਹੋ ਕੇ ਉਸ ਵਾਹਿਗੁਰੂ ਦਾ ਪਰਮੇਸ਼ਰ ਦਾ ਸਿਮਰਨ ਕਰਨਾ ਕਰ, ਸਿਮਰਨ ਕਰ ਤਾਂ ਕਿ ਤੇਰੇ ਮਨ ਦੀ ਜੋ ਭਟਕਣਾ ਹੈ ਇਹ ਸਾਰੀ ਹੀ ਖਤਮ ਹੋ ਜਾਵੇ।
ਫਿਰ ਨਾਲ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਜਦੋਂ ਤੂੰ ਸਮਾਲਕ ਪ੍ਰਭੂ ਦੇ ਗੁਣਾਂ ਦਾ ਗਾਇਨ ਕਰੇਗਾ, ਗਾਇਨ ਕਰਨ ਦੇ ਨਾਲ ਤੂੰ ਪ੍ਰਭੂ ਪਰਮਾਤਮਾ ਦੇ ਮਨ ਵਿੱਚ ਹੀ ਅਭੇਦ ਹੋ ਜਾਵੇਗਾ। ਤੇਰੇ ਅੰਦਰ ਸਤ ਪ੍ਰਤੱਗੀ ਗੁਣ ਜਿਹੜੇ ਨੇ ਉਹ ਪੈਦਾ ਹੋਣਗੇ। ਤੈਨੂੰ ਸਹਿਜ ਵਾਲੀ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਜਾਵੇਗੀ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਉਸ ਮਾਲਕ ਦਾ ਜਸ ਕਰ, ਰਸ ਨੂੰ ਮਾਨਣਾ ਕਰ, ਤੇ ਫਿਰ ਗੁਰੂ ਪਾਸੋਂ ਤੈਨੂੰ ਉਹ ਗਿਆਨ ਦਾ ਸੁਰਮਾ ਮਿਲੇਗਾ, ਜਿਸ ਸੁਰਮੇ ਨੂੰ ਪ੍ਰਾਪਤ ਕਰਕੇ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ, ਚਾਨਣ ਦਾ ਮੁਨਾਰਾ ਹੋਵੇਗਾ। ਫਿਰ ਤੂੰ ਤਿੰਨਾਂ ਲੋਕਾਂ ਦੇ ਮਾਲਕ ਪਰਮੇਸ਼ਰ ਨੂੰ ਸਾਰੀਆਂ ਥਾਵਾਂ ਤੇ ਜਾਣਨ ਲੱਗ ਪਵੇਗਾ। ਫਿਰ ਜਿਹੜੇ ਤੈਨੂੰ ਤੰਗ ਕਰ ਰਹੇ ਨੇ ਉਹਨਾਂ ਦਾ ਤੂੰ ਸ਼ਿੰਗਾਰ ਖਾਤਮਾ ਕਰ ਸਕਦਾ ਹੈ। ਇਸ ਕਰਕੇ ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਉਸ ਵਾਹਿਗੁਰੂ ਦਾ ਸਿਮਰਨ ਕਰ, ਜਿਹੜਾ ਵਾਹਿਗੁਰੂ ਦਾ ਕੋਈ ਰੂਪ ਰੰਗ ਨਹੀਂ ਹੈ। ਕਿਉਂਕਿ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਰੂਪ ਨਾ ਰੰਗ ਨਾ ਰੇਖ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸ ਹੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਉਹਦਾ ਕੋਈ ਰੂਪ ਰੰਗ ਨਹੀਂ ਹੈ। ਜੇ ਰੂਪ ਰੰਗ ਹੈ ਫਿਰ ਪਰਮੇਸ਼ਰ ਨਹੀਂ ਹੈ। ਪਰਮੇਸ਼ਰ ਨਿਰਗੁਣ ਹੈ। ਉਹ ਵੱਖਰੀ ਗੱਲ ਹੈ ਕਿ ਜਦੋਂ ਸੰਸਾਰ ਉੱਤੇ ਵਿਪਤਾ ਦਾ ਸਮਾਂ ਆਇਆ, ਔਖੀ ਘੜੀ ਆਈ, ਪਾਪਾਂ ਨੂੰ ਭਾਰ ਨੂੰ ਖਤਮ ਕਰਨ ਹਿੱਤ ਪਰਮੇਸ਼ਰ ਨੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕੀਤਾ ਹੈ। ਸਰਗੁਣ ਸਰੂਪ ਧਾਰਨ ਕਰਕੇ ਜੀਵਾਂ ਦਾ ਕਲਿਆਣ ਕੀਤਾ। ਜਿਵੇਂ ਧਰਤੀ ਉੱਤੇ ਪਾਪਾਂ ਦਾ ਭਾਰ ਵਧਿਆ, ਧਰਤੀ ਨੇ ਪੁਕਾਰ ਕੀਤੀ, ਫਰਿਆਦ ਕੀਤੀ, ਧਰਤੀ ਦੇ ਜੀਵਾਂ ਨੇ ਫਿਰ ਫਰਿਆਦ ਕੀਤੀ, ਤੇ ਉਹ ਫਰਿਆਦ ਫਿਰ ਉਸ ਮਾਲਕ ਦੇ ਚਰਨਾਂ ਵਿੱਚ ਪਹੁੰਚੀ। ਇਹੋ ਜਿਹੇ ਹਾਲਾਤ ਸਨ। ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਦੇ ਸਮੇਂ ਤੋਂ ਪਹਿਲਾਂ ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਪਾਪਾਂ ਨਾਲ ਧਰਤੀ ਭਰ ਗਈ, ਤੇ ਪਾਪਾਂ ਨਾਲ ਭਰੀ ਹੋਈ ਧਰਤੀ ਨੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਪਰਮੇਸ਼ਰ ਕਿਰਪਾ ਕਰ, ਹੁਣ ਤੂੰ ਹੀ ਸੰਸਾਰ 'ਚ ਆ, ਮੇਰੇ ਉੱਤੋਂ ਪਾਪਾਂ ਦਾ ਭਾਰ ਖਤਮ ਕਰਨਾ ਕਰ। ਤੇ ਪਰਮੇਸ਼ਰ ਦੇ ਦਰ ਤੇ ਬੇਨਤੀ ਸੁਣੀ ਗਈ। ਜਦੋਂ ਬੇਨਤੀ ਸੁਣੀ ਗਈ ਤੇ ਫਿਰ ਉਦੋਂ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ ਨਿਰੰਕਾਰ ਆਕਾਰ। ਨਿਰੰਕਾਰ ਆਕਾਰ, ਜਿਹੜਾ ਨਿਰੰਕਾਰ ਦਾ ਆਕਾਰ ਤੋਂ ਰਹਿਤ, ਜਿਹਦਾ ਕੋਈ ਆਕਾਰ ਨਹੀਂ ਹੈ। ਕਹਿੰਦੇ ਉਸੇ ਨਿਰੰਕਾਰ ਨੇ ਸੰਸਾਰ ਵਿੱਚ ਆਕਾਰ ਧਾਰਨ ਕੀਤਾ, ਸਰੀਰ ਧਾਰਨ ਕੀਤਾ। ਨਿਰੰਕਾਰ ਆਕਾਰ ਜਗ ਮਹਿ ਪਰਵਰਿਓ। ਉਹ ਆਕਾਰ ਕਿਹੜੇ ਰੂਪ 'ਚ ਧਾਰਨ ਕੀਤਾ? ਉਹ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪੋਲ ਦੀ ਰੀਤੀ ਜਿਹੜੀ ਸੀ ਉਹ ਸ਼ੁਰੂ ਕੀਤੀ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੱਕ ਇਹ ਪਰੰਪਰਾ ਚੱਲਦੀ ਰਹੀ। ਜੋ ਸਿੱਖੀ ਸਿੱਖੀ ਲੈਂਦੇ ਸਨ, ਸਤਿਗੁਰ ਦੇ ਚਰਨਾਂ 'ਚ ਆਉਂਦੇ ਸਨ, ਤੇ ਚਰਨ ਧੋਏ ਰਹਿ ਰਾਸ ਕਰ, ਸਤਿਗੁਰੂ ਬਖਸ਼ਿਸ਼ ਕਰਦੇ ਸਨ। ਉਹ ਜਲ ਸਿੱਖ ਨੂੰ ਛਕਾਇਆ, ਸਿੱਖ ਹੀ ਧਾਰਨ ਕਰ ਲੈਂਦਾ ਸੀ।
ਪਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦਾ ਸਮਾਂ, ਸਤਿਗੁਰੂ ਨੇ ਸਾਰੀ ਮਰਜ਼ਾਦਾ ਬਦਲਤੀ ਕਿ ਜਿਹਨੇ ਖੰਡੇ ਬਾਟੇ ਦੀ ਪੋਲ ਛਕੇਗਾ ਉਹ ਸਿੱਖ ਤੋਂ ਸਿੰਘ ਸਜੇਗਾ। ਤੇ ਸਤਿਗੁਰੂ ਜੀ ਨੇ ਫਿਰ ਅਖੀਰ ਤੇ ਸਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਲੜ ਤੱਕ ਕਿਸੇ ਦੀ ਇਸ ਤਰ੍ਹਾਂ ਪਾਤਸ਼ਾਹ ਨੇ ਆਖਿਆ ਕਿ ਸ਼ਬਦ ਦਾ ਅਭਿਆਸ ਕਰਨਾ ਹੈ। ਸੋ ਕਹਿਣ ਦਾ ਭਾਵ ਹੈ ਕਿ ਗੱਲ ਚੱਲ ਰਹੀ ਸੀ ਕਿ ਜਦੋਂ ਸਮਾਂ ਆਉਂਦਾ ਅਕਾਲ ਪੁਰਖ ਜਿਹੜਾ ਹੈ ਉਹਦਾ ਕੋਈ ਰੂਪ ਨਹੀਂ ਹੈ, ਰੰਗ ਨਹੀਂ ਹੈ, ਪਰ ਵਿਪਤਾ ਦੇ ਸਮੇਂ ਅਕਾਲ ਪੁਰਖ ਵਾਹਿਗੁਰੂ ਖੁਦ ਸੰਸਾਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਤੇ ਸੰਸਾਰ ਦਾ ਭਲਾ ਕਰਕੇ ਫਿਰ ਅਲੋਪ ਹੋ ਜਾਂਦਾ ਹੈ। ਜਿਵੇਂ ਸਾਡੇ 10 ਗੁਰੂ ਸਾਹਿਬਾਨ ਜੀ ਅਲੋਪ ਹੋਏ ਨੇ। ਪਹਿਲਾਂ ਕਲਿਆਣ ਕੀਤੀ ਜੀਵਾਂ ਦੀ, ਪਾਪਾਂ ਦਾ ਭਾਰ ਨੂੰ ਠੱਲ ਪਾਣਾ ਕੀਤਾ, ਜ਼ੁਲਮ ਦਾ ਖਾਤਮਾ ਕੀਤਾ, ਫਿਰ ਗੁਰੂ ਸਰ ਆਪਣੇ ਸਰੀਰਾਂ ਦਾ ਓਹਲਾ ਕੀਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਉਹ ਵਾਹਿਗੁਰੂ ਜਿਹੜਾ ਜਿਹਦਾ ਕੋਈ ਰੂਪ ਰੰਗ ਜਦੋਂ ਪਿਆਰ ਕਰਾਂਗੇ, ਉਹਨੂੰ ਚੇਤੇ ਕਰਾਂਗੇ, ਫਿਰ ਉਹ ਵਾਹਿਗੁਰੂ ਬਖਸ਼ਿਸ਼ ਕਰਕੇ ਆਪ ਰਹਿਮਤ ਕਰਦਾ ਹੈ ਤੇ ਉਸ ਜੀਵ ਦਾ ਫਿਰ ਭਲਾ ਹੁੰਦਾ ਹੈ। ਇਹ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ 'ਚ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਜੀ ਚੌਥੇ ਬੰਦ ਦੁਆਰਾ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਏ ਮਨ ਮੇਰਿਆ ਤੂੰ ਕਿਆ ਲੈ ਆਇਆ, ਕਿਆ ਲੈ ਜਾਇਸੀ ਰਾਮ। ਗੁਰੂ ਨਾਨਕ ਸਾਹਿਬ ਮਹਾਰਾਜ ਚੌਥੇ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੀਵਾਂ ਵੱਲ ਸਤਿਗੁਰੂ ਨੇ ਦੇਖਿਆ ਕਿ ਜੀਵ ਸਾਰੀ ਜ਼ਿੰਦਗੀ ਮੈਂ ਮੇਰੀ ਕਰਦਿਆਂ ਹੀ ਬਤੀਤ ਕਰਦਾ ਹੈ। ਸਾਰੀ ਜ਼ਿੰਦਗੀ ਦੁਨਿਆਵੀ ਧਨ ਦੀ ਹੋੜ ਜੀਵ ਨੂੰ ਐਸੀ ਲੱਗੀ ਹੈ ਕਿ ਦਿਨ ਰਾਤ ਇੱਕ ਕਰ ਦਿੰਦਾ। ਤੇ ਇਹ ਸੋਚ, ਚਾਹੇ ਉਹ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ, ਹਰ ਇੱਕ ਮਨੁੱਖ ਦੀ ਇਹ ਸੋਚ ਹੈ। ਅਮੀਰ ਕਹਿੰਦਾ ਮੈਂ ਹੋਰ ਜ਼ਿਆਦਾ ਅਮੀਰ ਹੋ ਜਾਵਾਂ ਤੇ ਗਰੀਬ ਕਹਿੰਦਾ ਮੈਂ ਰਾਤੋਂ ਰਾਤ ਅਮੀਰ ਹੋ ਜਾਵਾਂ। ਪਰ ਜੋ ਸਾਡੇ ਕਰਮਾਂ ਵਿੱਚ ਫਲਵਰ ਵਿਧਾਤਨ ਲਿਖਿਆ ਹੋਇਆ ਨਾ, ਉਹੋ ਜਿਹਾ ਫਲ ਸਾਨੂੰ ਉਹਨਾਂ ਕੋ ਮਾਲਕ ਦੇ ਦਰ ਤੋਂ ਪ੍ਰਾਪਤ ਹੋਣਾ ਹੈ। ਪਰ ਭਟਕਣਾ ਐਸੀ ਲੱਗੀ ਹੋਈ ਹੈ ਜੀਵ ਨੂੰ ਕਿ ਇਸ ਭਟਕਣਾ ਵਿੱਚੋਂ ਨਿਕਲਦਾ ਨਹੀਂ। ਤੇ ਨਾਲ ਹੀ ਪਾਤਸ਼ਾਹ ਫਿਰ ਇਹ ਦੱਸਦੇ ਨੇ, ਕਹਿੰਦੇ ਹਾਂ ਇੱਕ ਤਰੀਕਾ ਹੈ ਭਟਕਣਾ 'ਚੋਂ ਨਿਕਲਣ ਦਾ, ਜੇ ਤੂੰ ਨਾਮ ਰੂਪੀ ਧਨ ਇਕੱਤਰ ਕਰ ਲਵੇ। ਤੇ ਸਤਿਗੁਰੂ ਕਹਿੰਦੇ ਸਮਝਾਉਂਦੇ ਨੇ, ਕਹਿੰਦੇ ਏ ਮਨ ਮੇਰਿਆ, ਹੈ ਮੇਰੇ ਮਨ ਕਿਆ ਲੈ ਆਇਆ, ਤੂੰ ਕਿਆ ਲੈ ਜੈਸੀ ਰਾਮ। ਕਹਿ ਤੂੰ ਸੰਸਾਰ ਵਿੱਚ ਜਨਮ ਲੈ ਕੇ ਆਇਆ, ਤੂੰ ਜਦੋਂ ਜਨਮ ਲੈ ਕੇ ਆਇਆ, ਕਹਿੰਦੇ ਕੀ ਲੈ ਕੇ ਆਇਆ ਸੀ? ਕੁਝ ਵੀ ਨਹੀਂ ਲੈ ਕੇ ਆਇਆ। ਜਦੋਂ ਫਿਰ ਸੰਸਾਰ ਤੋਂ ਕੂਚ ਕਰਦਾ, ਯਾਤਰਾ ਪੂਰੀ ਹੁੰਦੀ ਹੈ, ਕਹਿੰਦੇ ਉਦੋਂ ਫਿਰ ਕਿਆ ਲੈ ਜਾਇਸੀ ਰਾਮ, ਆਪਣੇ ਨਾਲ ਤੂੰ ਕੀ ਲੈ ਕੇ ਜਾਵੇਗਾ? ਕੁਝ ਲੈ ਕੇ ਨਹੀਂ ਆ, ਨਾ ਕੁਝ ਨਾਲ ਲੈ ਕੇ ਜਾ ਸਕਦਾ ਹੈ। ਫਿਰ ਕਹਿੰਦੇ ਸਤਿਗੁਰੂ ਜੀ ਕਹਿੰਦੇ ਸਾਰੀ ਜ਼ਿੰਦਗੀ ਤੂੰ ਮੈਂ ਮੇਰੀ ਵਿੱਚ ਵਿਚਰਦਾ, ਲਾਲਚ ਕਰਦਾ ਫਿਰਦਾ, ਕਾਹਦੇ ਲਈ ਕਰਦਾ ਫਿਰਦਾ ਹੈ? ਦਸਾਂ ਨੋਹਾਂ ਦੀ ਕਿਰਤ ਕਰ, ਮੁਸ਼ੱਕਤ ਕਰ, ਪਰ ਫਲ ਦੀ ਆਸ ਨਾ ਰੱਖ। ਇਹ ਸੋਚ ਕੇ ਜਦੋਂ ਜਿਸ ਮਾਲਕ ਨੇ ਮੈਨੂੰ ਪੈਦਾ ਕੀਤਾ ਨਾ, ਉਹ ਮਾਲਕ ਵਾਹਿਗੁਰੂ ਨੇ ਆਪ ਹੀ ਸਮੇਂ ਅਨੁਸਾਰ ਮੇਰੀਆਂ ਲੋੜਾਂ ਪੂਰੀਆਂ ਕਰਨੀਆਂ ਨੇ।
ਜਿਹੜੀ ਚੀਜ਼ ਦੀ ਮੈਨੂੰ ਲੋੜ ਹੋਵੇਗੀ ਆਪ ਹੀ ਪਰਮਾਤਮਾ ਉਹ ਦੇਵੇਗਾ। ਇਹੋ ਜਿਹੀ ਸੋਚ ਹੋਣੀ ਚਾਹੀਦੀ ਹੈ। ਦੇਖੋ ਮੁਹੰਮਦ ਸਾਹਿਬ ਦਾ ਇਹ ਜੀਵਨ ਸੀ, ਇਸਲਾਮ ਦੇ ਬਾਨੀ ਮੁਹੰਮਦ ਸਾਹਿਬ, ਉਹਨਾਂ ਦਾ ਜੀਵਨ ਸੀ ਕਿ ਨਿਤਾ ਪ੍ਰਤੀ ਜੋ ਘਰ ਵਿੱਚ ਮਾਇਆ ਹੋਣੀ ਨਾ, ਉਹ ਸਾਰੀ ਕਿਰਤ ਕਰਨੀ, ਮਾਇਆ ਸਾਰੀ ਸ਼ਾਮ ਤੱਕ ਸਾਰੀ ਵੰਡ ਦੇਣੀ। ਕੋਈ ਲੋੜਵੰਦ ਗਰੀਬ ਗੁਰਬਾ ਕੋਈ ਚੱਲ ਕੇ ਆ ਗਿਆ ਉਹਨੂੰ ਦੇ ਦੇਣੀ, ਲੋੜਵੰਦਾਂ ਦੀ ਸਹਾਇਤਾ ਕਰਨੀ। ਇਹ ਅਸੂਲ ਬਣਾਇਆ ਹੋਇਆ ਸੀ ਕਿ ਰਾਤ ਨੂੰ ਬਿਲਕੁਲ ਵਿਹਲੇ ਹੋ ਕੇ ਸੋਣਾ, ਖਾਲੀ ਹੋ ਕੇ, ਤੇ ਸਵੇਰ ਹੋਵੇਗੀ ਸਵੇਰ ਵੇਲੇ ਆਪ ਹੀ ਖੁਦਾ ਨੇ ਪ੍ਰਬੰਧ ਕਰਨਾ ਹੈ। ਹੁਣ ਜੀਵਨ ਸੀ, ਕਹਿੰਦੇ ਨੇ ਅੰਤਮ ਸਮਾਂ ਮੁਹੰਮਦ ਸਾਹਿਬ ਜੀ ਦਾ ਆ ਗਿਆ। ਬਿਸਤਰ ਉੱਤੇ ਹੈ, ਪ੍ਰਾਣ ਰੁਕੇ ਹੋਏ ਨੇ, ਤੇ ਘਰ ਵਾਲੀ ਜਿਹੜੀ ਹੈ ਉਹਨੇ ਜਿਹੜੀ ਮੁਹੰਮਦ ਸਾਹਿਬ ਦੀ ਮਾਇਆ ਘਰ 'ਚ ਪਈ ਹੋਈ ਸੀ, ਉਹਦੇ 'ਚੋਂ 5 ਦਿਨਾਰ ਸਾਂਭ ਕੇ ਰੱਖ ਲਏ। ਉਹ ਰੱਖੇ ਤਾਂ ਨੇ ਕਿ ਮੁਹੰਮਦ ਸਾਹਿਬ ਜੀ ਬਿਮਾਰ ਨੇ, ਜੇ ਰਾਤ ਬਰਾਤੇ ਕਿਤੇ ਵੈਦ ਹਕੀਮ ਕੋਲ ਲਿਜਾਣਾ ਪਿਆ ਤੇ ਇਹਦੇ ਰਾਹੀਂ ਫਿਰ ਅਸੀਂ ਆਪਣੇ ਮੁਹੰਮਦ ਸਾਹਿਬ ਦੇ ਸਰੀਰ ਦਾ ਇਲਾਜ ਕਰਾ ਸਕਦੇ ਹਾਂ। ਤੇ ਮੁਹੰਮਦ ਸਾਹਿਬ ਜੀ ਜਦੋਂ ਹੁਣ ਪ੍ਰਾਣ ਰੁਕੇ ਹੋਏ ਨੇ ਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਕਿ ਮੈਨੂੰ ਇੰਝ ਲੱਗਦਾ ਕਿ ਅੱਜ ਦੀ ਜਿਹੜੀ ਮੇਰੀ ਕਮਾਈ ਕੀਤੀ ਹੋਈ ਨਾ ਸਵੇਰ ਦੀ, ਉਸ ਕਮਾਈ ਦੇ ਵਿੱਚੋਂ ਤੈਂ ਕੁਝ ਆਪਣੇ ਘਰ 'ਚ ਰੱਖਣਾ ਕੀਤਾ ਹੈ। ਘਰ ਵਾਲੀ ਨੂੰ ਕਹਿਣ ਲੱਗੇ, ਜਿਸ ਕਰਕੇ ਮੇਰੇ ਪ੍ਰਾਣਾਂ ਦਾ ਅੰਤ ਨਹੀਂ ਹੋ ਰਿਹਾ, ਪ੍ਰਾਣ ਰੁਕੇ ਹੋਏ ਨੇ, ਮੇਰਾ ਜਿਹੜਾ ਨਿੱਤ ਦਾ ਅਸੂਲ ਬਣਿਆ ਹੋਇਆ ਹੈ ਅੱਜ ਉਹ ਭੰਗ ਹੋ ਰਿਹਾ ਹੈ। ਕਹਿਣ ਲੱਗੇ ਮੈਨੂੰ ਇੰਝ ਪ੍ਰਤੀਤ ਹੋ ਰਿਹਾ ਕਿ ਕੁਝ ਨਾ ਕੁਝ ਘਰ 'ਚ ਪਿਆ ਹੋਇਆ ਜਿਸ ਕਰਕੇ ਮੇਰੇ ਪ੍ਰਾਣ ਇੱਥੇ ਰੁਕੇ ਹੋਏ ਹਨ। ਤੇ ਘਰ ਵਾਲੀ ਕਹਿਣ ਲੱਗੀ ਕਿ ਪਤੀ ਜੀ, ਮੁਹੰਮਦ ਸਾਹਿਬ ਜੀ, ਜਿਹੜੀ ਤੁਹਾਡੀ ਨੇਕ ਕਮਾਈ ਹੈ ਨਾ, ਉਸ ਕਮਾਈ ਦੇ ਵਿੱਚੋਂ ਅੱਜ ਮੈਂ 5 ਦਿਨਾਰ ਘਰ ਦੇ ਵਿੱਚ ਰੱਖੇ ਨੇ। ਉਹ ਰੱਖੇ ਤਾਂ ਸੀ ਕਿ ਤੁਸੀਂ ਬਿਮਾਰ ਪਏ ਹੋ, ਜੇ ਕਿਤੇ ਰਾਤ ਬਰਾਤੇ ਕਿਸੇ ਵੈਦ ਹਕੀਮ ਕੋਲ ਲਿਜਾਣਾ ਪਿਆ ਤੇ ਇਹਦੇ ਰਾਹੀਂ ਮੈਂ ਤੁਹਾਡੇ ਸਰੀਰ ਦਾ ਇਲਾਜ ਕਰਾ ਸਕਦੀ ਸਾਂ, ਇਸ ਕਰਕੇ ਮੈਂ ਸਾਂਭ ਕੇ ਰੱਖੇ ਹੋਏ ਸਨ। ਕਹਿੰਦੇ ਇਸ ਤਰ੍ਹਾਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਐਨੇ ਜਿਹਨੂੰ ਕਿਸੇ ਨੇ ਮੁਹੰਮਦ ਸਾਹਿਬ ਦਾ ਘਰ ਦਾ ਦਰਵਾਜ਼ਾ ਕੇ ਖੜਕਾ ਦਿੱਤਾ, ਗੇਟ ਖੜਕਾਇਆ, ਤੇ ਕੋਈ ਲੋੜਵੰਦ ਚੱਲ ਕੇ ਆਇਆ ਤੇ ਆਖਿਆ ਕਿ ਮੇਰੀ ਮਦਦ ਕਰਨਾ ਕਰੋ, ਮੇਰੇ ਉੱਤੇ ਆਹ ਬਿਪਤਾ ਦਾ ਸਮਾਂ ਆਇਆ ਹੈ ਤੇ ਮੈਨੂੰ ਮਾਇਆ ਦੀ ਲੋੜ ਹੈ। ਜਦੋਂ ਮੁਹੰਮਦ ਸਾਹਿਬ ਦੇ ਕੰਨਾਂ ਵਿੱਚ ਇਹ ਆਵਾਜ਼ ਪਈ ਤੇ ਘਰ ਵਾਲੀ ਨੂੰ ਆਖਣ ਲੱਗੇ, ਜਿਹੜੇ ਉਹ 5 ਦਿਨਾਰ ਸਾਂਭ ਕੇ ਰੱਖੇ ਹੋਏ ਨਾ, ਇਸ ਪੁਰਸ਼ ਨੂੰ ਦੇਣਾ ਕਰ। ਤੇ ਗੁਰੂ ਸਵਾਰਿਓ ਕਹਿੰਦੇ ਨੇ ਉਧਰ ਘਰ ਵਾਲੀ ਚੁੱਕ ਕੇ ਉਹ 5 ਦਿਨਾਰ ਦਿੰਦੀ ਹੈ, ਇੱਧਰ ਵਾਪਸ ਆਉਂਦੀ ਹੈ, ਤੇ ਮੁਹੰਮਦ ਸਾਹਿਬ ਛਿਣ ਮਾਤਰ ਦੇ ਵਿੱਚ ਫਿਰ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੰਦੇ ਨੇ ਤੇ ਉਸੇ ਸਮੇਂ ਆਪਣਾ ਸਰੀਰ ਦਾ ਓਹਲਾ ਕਰ ਲੈਂਦੇ ਹਨ। ਸੋ ਕਹਿਣ ਦਾ ਭਾਵ ਹੈ ਕਿ ਜਿਹੜੇ ਗੁਰਮੁਖ ਜਨ ਹਨ ਉਹਨਾਂ ਨੂੰ ਪਤਾ ਹੈ ਤੇ ਜੇ ਕਿ ਜੋ ਕੁਝ ਵੀ ਪ੍ਰਮਾਤਮਾ ਨੇ ਲਿਖਿਆ ਹੋਇਆ ਸਾਡੇ ਕਰਮਾਂ 'ਚ ਸਾਨੂੰ ਮਿਲ ਕੇ ਰਹਿਣਾ ਹੈ, ਉਹ ਕਦੇ ਲਾਲਸਾ ਨਹੀਂ ਰੱਖਦੇ। ਗੁਰੂ ਅਮਰਦਾਸ ਪਾਤਸ਼ਾਹ ਖੁਦ ਜਦੋਂ ਸਤਿਗੁਰੂ ਜੀ ਨੇ ਗੋਇੰਦਵਾਲ ਨਗਰ ਵਸਾਇਆ, ਗੱਦੀ ਉੱਤੇ ਬਿਰਾਜਮਾਨ ਹੋਏ ਨੇ, ਪਹਿਲੇ ਪੰਗਤ ਪਾਛੇ ਸੰਗਤ ਦੀ ਸਤਿਗੁਰੂ ਜੀ ਨੇ ਮਰਜ਼ਾਦਾ ਕਾਇਮ ਕੀਤੀ। ਇਤਿਹਾਸਕਾਰ ਲਿਖਦੇ ਨੇ ਸੰਗਤਾਂ ਜਿਹੜੀਆਂ ਰਸਤਾ ਬਸਤਾ ਗੱਡੀਆਂ ਉੱਤੇ ਰੱਖ ਕੇ ਸਤਿਗੁਰ ਦੇ ਸਨਮੁਖ ਖਲੋਤੀਆਂ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਡਾ ਰਾਸ਼ਨ ਪਾਣੀ ਵਰਤਣਾ ਕਰੋ। ਪਰ ਗੁਰੂ ਅਮਰਦਾਸ ਪਾਤਸ਼ਾਹ ਦਾ ਹੁਕਮ ਸੀ ਇਹ ਕਿ ਜਦੋਂ ਰਾਤ ਹੋਣੀ ਹੈ, ਰਾਤ ਵੇਲੇ ਸਾਰੇ ਭਾਂਡੇ ਮੂੰਦੇ ਮਾਰ ਕੇ ਰੱਖਣੇ ਨੇ,
ਜੇਕਰ ਲੰਗਰ ਵਿੱਚ ਕੋਈ ਬਣਿਆ ਹੋਇਆ ਪਕਵਾਨ, ਦਾਲ ਸਬਜ਼ੀ ਜਾਂ ਹੋਰ ਪ੍ਰਸ਼ਾਦੇ ਬਚ ਜਾਣੇ, ਉਹਨਾਂ ਨੂੰ ਚੁੱਕ ਕੇ ਬਿਆਸਾ ਦਰਿਆ ਵੀ ਸੁੱਟਿਆ ਜਾਂਦਾ ਸੀ। ਉਹ ਸੁੱਟਦੇ ਤਾਂ ਸੀ ਤਾਂ ਕਿ ਜਿਹੜੇ ਉੱਥੋਂ ਦੇ ਜਿਹੜੇ ਜਿੰਨੇ ਵੀ ਵਿੱਚ ਰਹਿਣ ਵਾਲੇ ਜੀ ਜੰਤੂ ਨੇ ਉਹਨਾਂ ਦੀ ਉਹ ਖੁਰਾਕ ਬਣ ਸਕੇ। ਕਈ ਵਾਰੀ ਸਿੱਖਾਂ ਨੇ ਸਤਿਗੁਰੂ ਨੂੰ ਸਵਾਲ ਵੀ ਕੀਤਾ ਕਿ ਪਾਤਸ਼ਾਹ ਤੁਸੀਂ ਬਰਤਨ ਮੂੰਹਦੇ ਮਾਰ ਦਿੰਦੇ ਹੋ, ਤੇ ਸਤਿਗੁਰੂ ਜੀ ਜਦੋਂ ਸੰਗਤਾਂ ਰਸ਼ਤਾਂ ਲੈ ਕੇ ਨੇ ਘਰ 'ਚ ਰੱਖਿਆ ਕਰੋ ਗੁਰੂ ਘਰ ਵਿਖੇ। ਲੋੜ ਪੈਣ ਤੇ ਸਤਿਗੁਰੂ ਜੀ ਫਿਰ ਇਹ ਜਦੋਂ ਕਿਤੇ ਇਹੋ ਜਿਹਾ ਸਮਾਂ ਵੀ ਆ ਸਕਦਾ ਹੈ, ਆਫਤ ਆ ਜਾਏ ਸੰਸਾਰ ਉੱਤੇ, ਕੋਈ ਨਾ ਕੋਈ ਵਿਪਤਾ ਦਾ ਸਮਾਂ ਆ ਜਾਵੇ, ਤੇ ਸਤਿਗੁਰੂ ਫਿਰ ਉਦੋਂ ਆਪਾਂ ਕੀ ਕਰਾਂਗੇ? ਤੇ ਰਸ਼ਤਾਂ ਬਸ਼ਤਾਂ ਜੇ ਨਹੀਂ ਹੋਈਆਂ ਆਪਾਂ ਲੰਗਰ ਕਿਵੇਂ ਤਿਆਰ ਕਰਾਂਗੇ? ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਇਹ ਗੁਰੂ ਨਾਨਕ ਦਾ ਲਾਇਆ ਹੋਇਆ ਲੰਗਰ ਹੈ, ਇਹ ਕਦੇ ਰੁਕੇਗਾ ਨਹੀਂ। ਪਰਮਾਤਮਾ ਨੇ ਆਪਣੇ ਆਪ ਹੀ ਪ੍ਰਬੰਧ ਕਰਨਾ, ਉਸ ਮਾਲਕ ਦਾ ਲੰਗਰ ਹੈ, ਇਹ ਖੜਨ ਵਾਲਾ ਨਹੀਂ ਹੈ। ਉਸ ਮਾਲਕ ਉੱਤੇ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ ਕਿ ਉਹ ਵਾਹਿਗੁਰੂ ਹੀ ਸਾਰੀਆਂ ਥਾਵਾਂ 'ਤੇ ਸਾਡੀ ਪ੍ਰਤਪਾਲਨਾ ਕਰਦਾ ਹੈ। ਇਹ ਤਾਂ ਗੁਰਮੁਖਾਂ ਦੀ ਗੱਲ ਹੋ ਗਈ ਨਾ, ਜਿਹੜੇ ਗੁਰਮੁਖ ਨੇ, ਜਿਹੜੇ ਪਰਮੇਸ਼ਰ ਨੂੰ ਮੰਨਣ ਵਾਲੇ ਨੇ। ਪਰ ਇੱਥੇ ਜੋ ਸਤਿਗੁਰੂ ਗੱਲ ਕਰ ਰਹੇ ਨੇ ਤੇ ਮਨਮੁਖ ਜੀਵ ਦੀ ਗੱਲ ਕਰਦੇ ਨੇ, ਜਿਹੜਾ ਮਨ ਦੀ ਮਰਜ਼ੀ ਕਰਨ ਵਾਲਾ। ਕਹਿੰਦੇ ਮਨਮੁਖ ਜੀਵ ਸੰਸਾਰ ਵਿੱਚ ਜਨਮ ਲੈ ਕੇ ਆਉਂਦਾ, ਆਇਆ ਕੀ ਲੈ ਕੇ ਆਇਆ? ਨੰਗਾ ਆਇਆ, ਨਾਂਗੋ ਆਇਆ, ਨਾਂਗੋ ਜਾਸੀ। ਨੰਗਾ ਆਇਆ ਤਾਂ ਨੰਗਾ ਚਲਿਆ ਗਿਆ। ਤੇ ਸਤਿਗੁਰੂ ਕਹਿੰਦੇ ਐ ਮੇਰੇ ਮਨ, ਤੂੰ ਕਿਆ ਲੈ ਆਇਆ? ਤੂੰ ਕੀ ਲੈ ਕੇ ਆਇਆ? ਕੁਝ ਵੀ ਨਹੀਂ ਲੈ ਕੇ ਆਇਆ, ਕੇਵਲ ਸਰੀਰ ਹੀ ਲੈ ਕੇ ਆਇਆ ਏ। ਕਿਆ ਲੈ ਜਾਏ ਸੀ ਰਾਮ? ਤੇ ਆਪਣੇ ਨਾਲ ਕੀ ਲੈ ਕੇ ਜਾਵੇਗਾ? ਕੁਝ ਵੀ ਨਹੀਂ ਨਾਲ ਲਿਜਾਣ ਵਾਲਾ। ਹਾਂ, ਜਦੋਂ ਆਪਾਂ ਜੀਵ ਦਾ ਜੀਵਨ ਪੜ੍ਹਦੇ ਹਾਂ ਨਾ, ਤਿੰਨ ਚੀਜ਼ਾਂ ਜੀਵ ਦੇ ਨਾਲ ਨਿਭਦੀਆਂ ਨੇ, ਆਪਾਂ ਸਾਰੇ ਜਾਣਦੇ ਹਾਂ। ਸੰਸਾਰ ਵਿੱਚ ਸਵਾਸਾਂ ਰੂਪੀ ਪੂੰਜੀ ਲੈ ਕੇ ਆਉਂਦਾ ਜੀਵ, ਸਰੀਰ ਲੈ ਕੇ ਆਉਂਦਾ। ਸਵਾਸਾਂ ਰੂਪੀ ਪੂੰਜੀ ਮਾਲਕ ਪਾਸੋਂ ਮਿਲਦੀ ਹੈ, ਤੇ ਮਾਲਕ ਕਹਿੰਦਾ ਇਹਦੇ ਰਾਹੀਂ ਤੂੰ ਵਪਾਰ ਕਰਨਾ। ਝੂਠਾ ਵਪਾਰ ਨਹੀਂ ਕਰਨਾ, ਸੱਚ ਦਾ ਵਪਾਰ ਕਰਨਾ ਹੈ। ਪਰ ਜੀਵ ਨੇ ਇਹ ਸਵਾਸਾਂ ਰੂਪੀ ਪੂੰਜੀ ਨੂੰ ਅਜਾਈਂ ਗਵਾ ਦਿੱਤਾ। ਸਰੀਰ ਦਿੱਤਾ, ਸਰੀਰ ਸਾਨੂੰ ਦਿੱਤਾ, ਸਰੀਰ ਸਾਡੀ ਕਰਮ ਭੂਮੀ ਹੈ। ਗੁਰਬਾਣੀ ਵਿੱਚ ਪਾਤਸ਼ਾਹ ਦੇ ਬਚਨ ਪੜ੍ਹਦੇ ਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਨੇ ਕਿ ਅਮਲ ਕਰ ਧਰਤੀ ਬੀਜ, ਕਹਿੰਦੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਵਨ ਦੇਹ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ, ਭਿਸ਼ਟ ਦੋਜਕ ਮੁੜੇ ਏਵ ਜਾਣੀ, ਮਤ ਜਾਣ ਸਹਿ ਗੱਲੀ ਪਾਇਆ, ਮਾਣ ਕੈ ਮਾਣ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ। ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਤੇਰਾ ਸਰੀਰ ਹੈ ਇੱਕ ਧਰਤੀ ਦੀ ਨਿਆਈ ਹੈ। ਕਹਿੰਦੇ ਇਸ ਸਰੀਰ ਰੂਪੀ ਧਰਤੀ ਵਿੱਚ ਤੂੰ ਚੰਗੇ ਜਿਹੜੇ ਕਰਮ ਕਰਨੇ ਨੇ, ਕਹਿੰਦੇ ਇਹ ਬੀਜ ਬੀਜਣਾ ਕਰ। ਹੁਣ ਜੇ ਜ਼ਿਮੀਂਦਾਰ ਫਸਲ ਬੀਜਦਾ ਨਾ, ਕਿਸਾਨ, ਉਹ ਚੰਗੀ ਤਰ੍ਹਾਂ ਪਹਿਲਾਂ ਉਸ ਬੀਜ ਨੂੰ ਬੀਜ ਕੇ ਉੱਤੇ ਗੁਰੂ ਸਾਹਿਬ ਫਿਰ ਉਹਨੂੰ ਸਮੇਂ ਅਨੁਸਾਰ ਉਹਨੂੰ ਪਾਣੀ ਦਿੱਤਾ ਜਾਂਦਾ ਹੈ, ਖਾਦ ਪਾਈ ਜਾਂਦੀ ਹੈ। ਜੇ ਉਹਦੀ ਸੰਭਾਲ ਨਾ ਕੀਤੀ ਜਾਵੇ ਤੇ ਫਸਲ ਨਹੀਂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਇਸ ਤਰ੍ਹਾਂ ਨਾਮ ਦਾ ਬੀਜ ਬੀਜ, ਤੇ ਨਾਲ ਹੀ ਕਹਿੰਦੇ ਕੀ ਕਰਨਾ ਹੈ? ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸ਼ਬਦ ਦਾ ਬੀਜ ਬੀਜ, ਸੱਚ ਕੀ ਆਵ ਨਿਤ ਦੇਹ ਪਾਣੀ। ਜਿਹੜਾ ਸੱਚ ਉੱਤੇ ਪਹਿਰਾ ਦੇਣਾ, ਸਤ ਪ੍ਰਤੱਗੀ ਹੋਣਾ, ਤੇ ਸਤਿਗੁਰੂ ਕਹਿੰਦੇ ਇਹ ਪਾਣੀ ਦੇਣਾ ਕਰ ਭਾਈ, ਇਹ ਪਾਣੀ ਦੇਣ ਦੀ ਨਹੀਂ ਆਈ ਹੈ। ਸੱਚ ਕੀ ਆਵਨ ਦੇਹ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ, ਭਿਸ਼ਟ ਦੋਜਕ ਮੂੜੇ ਇਹ ਬਜਾਣੀ। ਕਿਰਸਾਨ, ਉਹ ਕਿਰਸਾਨ ਦਾ ਅਰਥ ਉਦਮੀ, ਕਿ ਇਹ ਬੰਦੇ ਤੂੰ ਉਦਮੀ ਬਣਨਾ ਕਰ, ਉਦਮ ਕਰ।
ਉਦਮ ਕਰਕੇ ਭਾਵ ਤੂੰ ਚੰਗੇ ਕਰਮ ਆਪਣੇ ਜੀਵਨ ਵਿੱਚ ਕਰ ਤੇ ਉਸ ਮਾਲਕ ਦੀ ਇਬਾਦਤ ਕਰਨਾ ਕਰ, ਫਿਰ ਤੂੰ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋਵੇਗਾ। ਹੋਏ ਕਿਰਸਾਨ ਈਮਾਨ ਜਮਾਏ ਲੈ, ਭੇਸਤ ਦੋਜਕ ਮੂੜੇ ਏਵ ਜਾਣੀ। ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਐ ਮੂਰਖ ਜੀਵ ਤੈਨੂੰ ਇਹ ਪਤਾ ਲੱਗੇਗਾ ਕਿ ਤੂੰ ਨਰਕਾਂ ਦੇ ਵਿੱਚ ਜਾਵੇਗਾ। ਸਵਰਗ ਭੇਸਤ ਕਹਿੰਦੇ ਨੇ ਸਵਰਗ ਨੂੰ, ਤੇ ਦੋਜਕ ਕਹਿੰਦੇ ਨਰਕਾਂ ਨੂੰ ਇਸਲਾਮ ਦੇ ਵਿੱਚ। ਤੇ ਸਤਿਗੁਰੂ ਕਹਿੰਦੇ ਨੇ ਫਿਰ ਤੂੰ ਉਸ ਇਹ ਗੱਲ ਨੂੰ ਸਮਝ ਸਕਦਾ ਏ ਤੇਰੇ ਕੀਤੇ ਹੋਏ ਕਰਮਾਂ ਦਾ ਹੀ ਨਿਬੇੜਾ ਹੋਣਾ ਏ। ਜੇ ਤੂੰ ਕਮਾਈ ਕੀਤੀ ਜਾਂ ਨਾਮ ਜਪਿਆ, ਬਾਣੀ ਪੜ੍ਹੀ, ਸਿਮਰਨ ਕੀਤਾ, ਲੋਕ ਭਲਾਈ ਦੇ ਕੰਮ ਕੀਤੇ, ਸੰਸਾਰ ਵਿੱਚ ਤੈਨੂੰ ਸੰਸਾਰ ਤੇਰੇ ਜਾਣ ਤੋਂ ਬਾਅਦ ਵੀ ਲੋਕ ਤੈਨੂੰ ਸਲਾਉਣਗੇ। ਪਰ ਜੇ ਤੂੰ ਜ਼ਿੰਦਗੀ 'ਚ ਮਾੜੇ ਕਰਮ ਕੀਤੇ, ਪਰਾਏ ਨੂੰ ਦੁੱਖ ਹੀ ਦੇਣਾ ਕੀਤਾ, ਕਹਿੰਦੇ ਫਿਰ ਤੂੰ ਦੁਖੀ ਹੋਵੇਗਾ ਤੇ ਮਰਨ ਤੋਂ ਬਾਅਦ ਵੀ ਲੋਕ ਤੈਨੂੰ ਲਾਹਣਤਾਂ ਹੀ ਪਾਉਣਗੇ। ਪਰ ਗੱਲ ਇੱਕ ਯਾਦ ਰੱਖੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਮਤ ਜਾਣ ਸੈ ਗੱਲੀ ਪਾਇਆ। ਮਤਾ ਮਨ ਵਿੱਚ ਇਹ ਜਾਣਨਾ ਕਿ ਗੱਲਾਂ ਬਾਤਾਂ ਦੇ ਰਾਹੀਂ ਅਸੀਂ ਉਸ ਰੱਬ ਨੂੰ, ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ। ਪਰ ਹਾਲਾਤ ਕਿਹੋ ਜਿਹੇ, ਜੀਵ ਦੀ ਹਾਲਤ ਕਿਹੋ ਜਿਹੀ। ਮਤ ਜਾਣ ਸੈ ਗੱਲੀ ਪਾਇਆ, ਮਾਣ ਕੈ ਮਾਣੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ। ਆਪਣੀ ਧਨ ਸੰਪਦਾ ਦਾ ਮਾਣ ਕਰਨਾ, ਪ੍ਰੋਪਰਟੀ ਦਾ ਮਾਣ ਕਰਨਾ, ਬੈਂਕ ਬੈਲੈਂਸ ਦਾ ਮਾਣ ਕਰਨਾ ਤੇ ਗੁਰੂ ਸਾਹਿਬ ਦੇ ਮਾਣ ਵਿੱਚ ਡੁੱਬਿਆ ਰਹਿਣਾ। ਸੁੰਦਰ ਰੂਪ ਪਰਮਾਤਮਾ ਨੇ ਬਖਸ਼ ਦਿੱਤਾ, ਨੈਣ ਨਕਸ਼ ਸੋਹਣੇ ਨੇ ਸਰੀਰ ਦੇ, ਤੇ ਉਹਨੂੰ ਦੇਖ ਦੇਖ ਕੇ ਵਾਰ-ਵਾਰ ਮਾਣ ਕਰਦਾ ਹੈ। ਕਹਿੰਦੇ ਇਹਦੇ ਵਿੱਚ ਹੀ ਖਚਤ ਹੋ ਕੇ ਪਾਤਸ਼ਾਹ ਕਹਿੰਦੇ ਨੇ ਇਤ ਵਿਧੀ ਜਨਮ ਗਵਾਇਆ। ਮਨੁੱਖਾ ਜਨਮ ਜਿਹੜਾ ਹੈ ਜੀਵ ਨੇ ਵਿਅਰਥ ਗਵਾ ਲਿਆ। ਕਹਿੰਦੇ ਪਰ ਸਚਾਈ ਕੀ ਹੈ? ਨਾਂਗੂ ਆਇਆ ਨਾਂਗੂ ਜਾਸੀ। ਨੰਗਾ ਆਇਆ ਸੰਸਾਰ ਵਿੱਚੋਂ ਤੇ ਨੰਗਾ ਹੀ ਸੰਸਾਰ ਤੋਂ ਜਾਵੇਗਾ। ਕੀਤੇ ਹੋਏ ਕਰਮ ਚਾਹੇ ਚੰਗੇ ਨੇ ਚਾਹੇ ਮਾੜੇ ਨੇ, ਜਪਿਆ ਹੋਇਆ ਨਾਮ ਇਹ ਜੀਵ ਦੇ ਨਾਲ ਜਾਣ ਵਾਲੇ ਨੇ, ਇਹ ਲੈ ਕੇ ਜਾਂਦਾ ਜੀਵ ਨਾਲੇ। ਇਹ ਸੱਚਾਈ ਹੈ। ਪਰ ਜੇ ਗੁਰੂ ਸਾਹਿਬ ਮਾੜੇ ਕੰਮਾਂ ਨਾਲ ਮਾੜਾ ਨਤੀਜਾ, ਚੰਗਿਆਂ ਦਾ ਚੰਗਾ ਨਤੀਜਾ, ਜੇ ਨਾਮ ਜਪ ਲਿਆ, ਗੁਰੂ ਵਾਲੇ ਬਣ ਗਏ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਗਏ, ਫਿਰ ਸਤਿਗੁਰ ਦੇ ਦਰ ਤੇ ਪ੍ਰਵਾਨ ਵੀ ਹੋਵਾਂਗੇ। ਸੋ ਸਤਿਗੁਰੂ ਕਹਿੰਦੇ ਪਰ ਇਹ ਬੰਦੇ ਤੂੰ ਲੈ ਕੇ ਆਇਆ? ਕੁਝ ਵੀ ਨਹੀਂ ਲੈ ਕੇ ਆਇਆ ਆਪਣੇ ਨਾਲ। ਤੇ ਕਿਆ ਲੈ ਜਾਏ ਸੀ ਰਾਮ, ਕੀ ਲੈ ਕੇ ਜਾਵੇਗਾ? ਪਾਉ ਖਾਲੀ ਆਇਆ ਸੀ, ਖਾਲੀ ਸੰਸਾਰ ਤੋਂ ਤੁਰ ਜਾਣਾ। ਇੱਥੋਂ ਤੱਕ ਸਿਕੰਦਰ ਜੈਸੇ ਬਾਦਸ਼ਾਹ ਦਾ ਜਦੋਂ ਅੰਤਮ ਸਮਾਂ ਆਇਆ ਨਾ, ਸਿਕੰਦਰ ਆਪਣੇ ਆਦਮੀਆਂ ਨੂੰ ਆਖਣ ਲੱਗਿਆ ਕਿ ਜਦੋਂ ਮੇਰਾ ਜਨਾਜ਼ਾ ਕੱਢਣਾ ਨਾ ਬਾਹਰ, ਮੈਨੂੰ ਦਫਨਾਉਣ ਲਈ, ਮੇਰੀ ਕਬਰ ਵਿੱਚ ਮੈਨੂੰ ਦਫਨਾਉਣ ਲੈ ਕੇ ਜਾਣਾ ਹੈ, ਮੇਰੇ ਮਹਿਲਾਂ ਦੇ ਵਿੱਚੋਂ ਕਬਰਸਤਾਨ ਤੱਕ ਮੈਨੂੰ ਲੈ ਕੇ ਜਾਣਾ, ਉਦੋਂ ਮੇਰੇ ਮੇਰੇ ਹੱਥ ਜਿਹੜੇ ਨੇ ਉਹ ਬਾਹਰ ਕੱਢ ਦੇਣੇ। ਤੇ ਸਿਕੰਦਰ ਨੂੰ ਪੁੱਛਿਆ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਐਡਾ ਵੱਡਾ ਰਾਜਾ, ਸਾਰੇ ਸੰਸਾਰ ਤੇਰਾ ਹੁਕਮ ਚੱਲਦਾ, ਸਿੱਕਾ ਚੱਲਦਾ, ਲੋਕ ਤੈਨੂੰ ਸਲਾਮਾਂ ਕਰਦੇ ਨੇ, ਪਰ ਇਹ ਪਹਿਲੀ ਵਾਰ ਤੁਸੀਂ ਇਸ ਤਰ੍ਹਾਂ ਕਿਉਂ ਆਖਦੇ ਨੇ ਕਿ ਮੇਰੇ ਦੋਨੋਂ ਹੱਥ ਬਾਹਰ ਕੱਢ ਦੇਣੇ? ਇਹ ਕਾਰਨ ਕੀ ਹੈ? ਤੇ ਅੱਗੋਂ ਸਿਕੰਦਰ ਨੇ ਉੱਤਰ ਦੇਣਾ ਕੀਤਾ ਸੀ ਕਿ ਹੱਥ ਮੇਰੇ ਇਸ ਕਰਕੇ ਬਾਹਰ ਕੱਢਣੇ ਨੇ ਕਿ ਤਾਂ ਕਿ ਦੁਨੀਆ ਦੇ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਐਡਾ ਵੱਡਾ ਸਿਕੰਦਰ ਬਾਦਸ਼ਾਹ ਜਿਹਨੇ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕੀਤੀ, ਤੇ ਅੰਤ ਵੇਲੇ ਉਹ ਵੀ ਸੰਸਾਰ ਤੋਂ ਖਾਲੀ ਹੱਥ ਹੀ ਗਿਆ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ, ਗੁੰਜਤ ਗੂੜ ਗੁਜਾਨਕ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ,
ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ। ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਕਿ ਐਡਾ ਵੱਡਾ ਚੱਕਰਵਰਤੀ ਰਾਜਾ ਹੋਵੇ, ਦਸਾਂ ਦਿਸ਼ਾਂ ਵਿੱਚ ਜਿੱਤ ਪ੍ਰਾਪਤ ਕਰ ਲਵੇ, ਜਿੱਧਰਲੇ ਪਾਸੇ ਨੂੰ ਜਾਵੇ ਲੋਕ ਸਲਾਮਾਂ ਕਰਨ, ਨਗਾਰੇ ਵੱਜਣ ਤੇ ਬਾਜੇ ਵੱਜਣ, ਇੰਨਾ ਸਨਮਾਨ ਹੋਵੇ ਤੇ ਇੱਥੋਂ ਤੱਕ ਸਾਰੇ ਝੋਕੇ ਸਲਾਮਾਂ ਕਰਨ। ਪਰ ਕਹਿੰਦੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ, ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਤੇ ਬੰਦਗੀ ਤੋਂ ਬਿਨਾਂ ਕਹਿੰਦੇ ਅੰਤ ਵੇਲੇ ਜਮਾਂ ਦੀ ਧਾਮ ਜਦੋਂ ਪਹੁੰਚੇਗਾ ਨਾ, ਤੇ ਨੰਗੇ ਹੱਥੀ ਹੀ ਸੰਸਾਰ ਚੋਂ ਜਾਂ ਖਾਲੀ ਹੱਥ ਜਾਵੇਗਾ, ਕੁਝ ਨਾਲ ਨਹੀਂ ਲੈ ਕੇ ਜਾਵੇਗਾ। ਜੇ ਨਾਮ ਦੀ ਕਮਾਈ ਕੀਤੀ ਹੈ, ਬੰਦਗੀ ਕੀਤੀ ਹੈ, ਉਹ ਖਜ਼ਾਨਾ ਨਾਲ ਨਿਭੇਗਾ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਕਹਿੰਦੇ ਪਰ ਤੂੰ ਕੀ ਲੈ ਜਾਏ ਸੀ? ਕਹਿੰਦੇ ਬੰਦਿਆ ਕਿਆ ਲੈ ਜਾਏ ਸੀ? ਆਪਣੇ ਨਾਲ ਕੀ ਲੈ ਕੇ ਜਾਵੇਗਾ? ਕੀ ਲੈ ਕੇ ਆਇਆ ਸੀ? ਨਾ ਕੁਝ ਲੈ ਕੇ ਆਇਆ ਸੀ, ਨਾ ਕੁਝ ਨਾਲ ਲੈ ਕੇ ਜਾਵੇਗਾ। ਏ ਮਨ ਮੇਰਿਆ ਤਾਂ ਛੁੱਟ ਸੀ, ਜਾ ਭਰਮ ਚੁਕਾਏ ਸੀ ਰਾਮ। ਕਹਿੰਦੇ ਹਾਂ ਇਹ ਮੇਰੇ ਮਨ, ਤੂੰ ਛੁੱਟ ਸਕਦਾ ਹੈ, ਪਰ ਛੁੱਟਣ ਦਾ ਤਰੀਕਾ ਹੈ, ਤਾਂ ਛੁੱਟ ਸਕਦਾ। ਮਾਇਆ ਦੀ ਭਟਕਣਾ ਤੋਂ, ਮਾਇਆ ਦੇ ਹੱਲਿਆਂ ਤੋਂ ਤਾਂ ਬਚ ਸਕਦਾ ਹੈ ਜਦੋਂ ਜਾਂ ਭਰਮ ਚੁਕਾ, ਜਦੋਂ ਤੂੰ ਆਪਣੇ ਮਨ 'ਚ ਭਰਮ ਨੂੰ, ਮਾਇਆ ਦੀ ਜਿਹੜਾ ਭਰਮ ਨੂੰ ਦੂਰ ਕਰ ਲਵੇਗਾ, ਮਾਇਆ ਦੀ ਲਾਲਸਾ ਖਤਮ ਕਰ ਲਵੇਗਾ, ਕਹਿੰਦੇ ਫਿਰ ਤੂੰ ਜਮਾਂ ਦੀ ਮਾਰ ਤੋਂ ਛੁੱਟ ਸਕਦਾ ਹੈ, ਤੇਰਾ ਬਚਾਅ ਹੋ ਸਕਦਾ ਹੈ, ਤੇਰੇ ਮਨ ਦੀ ਫਿਰ ਭਟਕਣਾ ਦੂਰ ਹੋ ਸਕਦੀ। ਨਾਮ ਜਪ ਕੇ ਹੀ ਦੂਰ ਹੋਣੀ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਧਨ ਸੰਚ ਹਰ ਹਰ ਨਾਮ ਵਖਰ, ਗੁਰ ਸ਼ਬਦ ਭਾਉ ਪਛਾਣਹਿ। ਮੈਲ ਪਰ ਹਰ ਸ਼ਬਦ ਨਿਰਮਲ, ਮਹਿਲ ਘਰ ਸੱਚ ਜਾਣਹਿ। ਅਗਲਾ ਬਚਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰ ਰਹੇ ਨੇ। ਜੋ ਸਤਿਗੁਰੂ ਨੂੰ ਜਗਿਆਸੂ ਜਨਾਂ ਨੇ ਇਹ ਸਵਾਲ ਕਰ ਲਿਆ ਕਿ ਪਾਤਸ਼ਾਹ ਜੀ, ਆਪ ਜੀ ਕਹਿੰਦੇ ਕੋਈ ਦੁਨਿਆਵੀ ਧਨ ਨਾਲ ਨਿਭਣ ਵਾਲਾ ਨਹੀਂ ਹੈ, ਫਿਰ ਸਤਿਗੁਰੂ ਕਿਹੜਾ ਧਨ ਇਕੱਤਰ ਕਰੀਏ, ਕਿਹੜਾ ਧਨ ਨਾਲ ਜਾਣ ਵਾਲਾ? ਤੇ ਸਤਿਗੁਰੂ ਕਹਿੰਦੇ ਨੇ ਧਨ ਸੰਚ ਹਰ ਹਰ ਨਾਮ ਵਖਰ। ਕਹਿੰਦੇ ਭਾਈ ਜਿਹੜਾ ਹਰੀ ਦਾ ਨਾਮ ਹੈ ਨਾ, ਹਰੀ ਦੇ ਨਾਮ ਰੂਪੀ ਧਨ ਨੂੰ ਕਹਿੰਦੇ ਸੰਚ ਇਕੱਤਰ ਕਰਨਾ ਕਰ, ਇਹ ਵੱਖਰ ਹੈ, ਇਹ ਸਮਾਂ ਹੈ ਤੇਰੇ ਕੋਲ। ਤੇ ਇਸ ਨਾਮ ਰੂਪੀ ਧਨ ਨੂੰ ਕਿਵੇਂ ਇਕੱਤਰ ਕਰਨਾ, ਕਿਵੇਂ ਉਸ ਮਾਲਕ ਨੇੜਤਾ ਬਣਾਉਣੀ ਹੈ? ਗੁਰੂ ਪਾਤਸ਼ਾਹ ਕਹਿੰਦੇ ਗੁਰ ਸ਼ਬਦ ਭਾਉ ਪਛਾਣੇ। ਗੁਰੂ ਦੇ ਸ਼ਬਦ ਨਾਲ, ਭਾਉ ਦਾ ਅਰਥ ਹੈ ਪ੍ਰੇਮ, ਕਿ ਗੁਰ ਸ਼ਬਦ ਨਾਲ ਪ੍ਰੇਮ ਕਰੇਗਾ, ਕਹਿੰਦੇ ਇਹਦੇ ਰਾਹੀਂ ਪਰਮੇਸ਼ਰ ਤੇ ਪਰਮੇਸ਼ਰ ਦੇ ਨਾਮ ਨੂੰ ਜੀਵ ਤੂੰ ਪਹਿਚਾਣ ਸਕਦਾ ਹੈ। ਗੁਰ ਸ਼ਬਦ ਰਾਹੀਂ ਹੀ ਤੈਨੂੰ ਗਿਆਨ ਹੋ ਸਕਦਾ ਹੈ। ਜਿਵੇਂ ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਆ ਨਾ, ਸਤਿਗੁਰੂ ਜੀ ਬਚਨ ਕਰਦੇ ਸੰਚ ਹਰ ਤਨ ਪੂਜ ਸਤਿਗੁਰ। ਕਹਿੰਦੇ ਹਰੀ ਦੇ ਨਾਮ ਰੂਪੀ ਧਨ ਨੂੰ ਸੰਚ ਇਕੱਤਰ ਕਰ, ਸਤਿਗੁਰ ਦੀ ਪੂਜਾ ਕਰ। ਫਿਰ ਕਹਿੰਦੇ ਇਹ ਧਨ ਤੇਰੇ ਨਾਲ ਜਾਣ ਵਾਲਾ। ਤੇ ਇਸੇ ਪ੍ਰਕਾਰ ਪਾਤਸ਼ਾਹ ਕਹਿੰਦੇ ਨੇ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਈ। ਨਾਮ ਤੋਂ ਬਿਨਾਂ ਕਹਿੰਦੇ ਪੂਜਾ ਨਹੀਂ ਹੋ ਸਕਦੀ ਹੈ। ਨਾਮ ਰੂਪੀ ਧਨ ਹੀ ਇਹ ਬੰਦੇ ਤੂੰ ਇਕੱਤਰ ਕਰਨਾ ਕਰ। ਜਿਵੇਂ ਸਤਿਗੁਰੂ ਜੀ ਕਹਿੰਦੇ ਨੇ, ਪਰ ਮਨੁੱਖ ਦੀ ਆਦਤ ਹੈ ਕਿ ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਗਵਾਰ। ਵਿਖਿਆ ਕੈ ਤਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਫਿਰ ਪਾਤਸ਼ਾਹ ਕਹਿੰਦੇ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਪੁਨ ਆਵੈ ਜਾਏ। ਸੱਚਾ ਧਨ ਨਾਮ ਰੂਪੀ ਧਨ ਗੁਰੂ ਦੀ ਮਾਤਰਾ ਹੀ ਪ੍ਰਾਪਤ ਹੁੰਦਾ ਹੈ।
ਕਹਿੰਦੇ ਜਿਹੜਾ ਕੱਚਾ ਧਨ ਹੈ ਤੇ ਆਉਂਦਾ ਜਾਂਦਾ ਇਸ ਤਰ੍ਹਾਂ ਇੱਕ ਕੋਲ ਨਹੀਂ ਸਥਿਰ ਹੁੰਦਾ। ਅੱਜ ਮੇਰੇ ਕੋਲ, ਕੱਲ੍ਹ ਤੁਹਾਡੇ ਕੋਲ, ਪਰਸੋਂ ਕਿਸੇ ਹੋਰ ਕੋਲ, ਪਰ ਨਾਮ ਦਾ ਧਨ ਜਿਹਨੇ ਜਪਿਆ ਤੇ ਉਸ ਜੀਵ ਦੇ ਕੋਲ ਹੀ ਇਹ ਨਾਮ ਰੂਪੀ ਧਨ ਹਰ ਸਮੇਂ ਰਹਿੰਦਾ ਹੈ। ਤੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਸ ਤਰ੍ਹਾਂ ਤੂੰ ਗੁਰੂ ਦੇ ਸ਼ਬਦ ਰਾਹੀਂ, ਗੁਰੂ ਸ਼ਬਦ ਰਾਹੀਂ ਆਪਣੇ ਹਿਰਦੇ ਦੇ ਭਉ ਪੈਦਾ ਕਰ, ਭਾਉ ਪੈਦਾ, ਪ੍ਰੇਮ ਪੈਦਾ ਕਰ। ਇਹਦੇ ਰਾਹੀਂ ਹੀ ਹਰੀ ਦੇ ਨਾਮ ਰੂਪੀ ਧਨ ਨੂੰ ਸੰਚਿਤ ਕੀਤਾ ਜਾ ਸਕਦਾ ਹੈ। ਹਰੀ ਦਾ ਨਾਮ ਰੂਪੀ ਧਨ ਤੈਨੂੰ ਪ੍ਰਾਪਤ ਹੋ ਸਕਦਾ ਹੈ। ਮੈਲ ਪਰਹਰ ਸ਼ਬਦ ਨਿਰਮਲ, ਮਹਿਲ ਘਰ ਸੱਚ ਜਾਣ ਹੈ। ਹੁਣ ਗੁਰੂ ਸਵਾਰਿਓ, ਜਦੋਂ ਜੀਵ ਪਰਮੇਸ਼ਰ ਦੀ ਇਬਾਦਤ ਕਰਦਾ ਤੇ ਜੀਵ ਦਾ ਜਿਹੜਾ ਮਨ ਹੈ ਭਟਕਣਾ ਵਿੱਚ ਲੱਗਿਆ ਰਹਿੰਦਾ। ਇਹ ਕਾਰਨ ਹੀ ਹੈ ਕਿ ਸਾਡੇ ਹਿਰਦੇ ਅੰਦਰ ਜਨਮਾਂ ਜਨਮਾਂਤਰਾਂ ਦੀ, ਵਿਕਾਰਾਂ ਦੀ, ਮਾਇਆ ਦੀ ਮੈਲ ਕੱਤਰ ਹੋਈ ਹੈ। ਮੈਲਾ ਭਾਂਡਾ ਜਿਹੜਾ ਨਾ ਉਹ ਸੋਹਣਾ ਨਹੀਂ ਲੱਗਦਾ। ਘਰ ਵਿੱਚ ਜੂਠੇ ਭਾਂਡੇ ਪਏ ਹੋਣ ਨਾ, ਰਸੋਈ ਵਿੱਚ ਜੂਠੇ ਭਾਂਡੇ ਪਏ ਹੋਣ, ਨੂੰ ਸਾਫ਼ ਨਾ ਕਰੀਏ ਤੇ ਦੇਖ ਕੇ ਹੀ ਮਨ ਨੂੰ ਦੁੱਖ ਹੁੰਦਾ ਕਿ ਭਾਂਡੇ ਵਧੀਆ ਨਹੀਂ ਲੱਗਦੇ ਪਏ। ਜਦੋਂ ਉਹੀ ਭਾਂਡੇ ਸਵਾਰ ਕੇ ਚੰਗੀ ਤਰ੍ਹਾਂ ਧੋ ਕੇ ਸਜਾ ਕੇ ਰੱਖ ਦਈਏ ਤੇ ਉਹ ਰਸੋਈ ਉਹੀ ਹੁੰਦੀ ਹੈ ਤੇ ਸੋਹਣੀ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜਿਹੜਾ ਅੰਤःਕਰਨ ਸਾਡਾ ਭਾਂਡਾ ਨਾ ਉਹ ਮੈਲਾ ਹੈ। ਮੈਲਾ ਭਾਂਡਾ ਉਸ ਵਾਹਿਗੁਰੂ ਨੂੰ, ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਪਰ ਜਿਨ੍ਹਾਂ ਨੇ ਆਪਣੇ ਅੰਤःਕਰਨ ਭਾਂਡੇ ਨੂੰ ਧੋ ਲਿਆ, ਸਾਫ਼ ਕਰ ਲਿਆ, ਫਿਰ ਉਹ ਪ੍ਰਵਾਨ ਹੋ ਜਾਂਦੇ ਨੇ। ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ 2 ਪੌੜੀਆਂ ਪਾਤਸ਼ਾਹ ਨੇ ਇਸੇ ਅੰਤःਕਰਨ ਭਾਂਡੇ ਦੇ ਪਰਥਾਏ ਉਚਾਰਨ ਕੀਤੀਆਂ ਨੇ। ਤੇ ਸਤਿਗੁਰੂ ਪਹਿਲੀ ਪੌੜੀ 'ਚ ਬਚਨ ਕਰਦੇ ਨੇ ਕਿ ਜੀਓ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ। ਇਹ ਤਾਂ ਕਹਿ ਦਿੱਤਾ ਜਿਹੜੇ ਜਿਹਦੇ ਅੰਤःਕਰਨ ਜਿਹੜਾ ਖਰਾਬ ਹੈ ਉਹਦੀ ਹਾਲਤ ਇਹੋ ਜਿਹੀ, ਮਨੁੱਖਾ ਜਨ ਰੂਪੀ ਬਾਜੀ ਜੂਏ ਵਿੱਚ ਉਹ ਹਾਰ ਗਏ। ਫਿਰ ਅਗਲੀ ਪੌੜੀ ਕਹਿੰਦੇ ਨੇ ਜੀਓ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸੱਚ ਸਮਾਣੀ। ਤੇ ਅਗਲਾ ਵਚਨ ਕਰਦੇ ਨੇ ਜਨਮ ਰਤਨ ਜਿੰਨੀ ਖਟਿਆ, ਭਲੇ ਸੇ ਬਣ ਜਾਰੇ। ਕਹਿ ਨਾਨਕ ਜਿਨ ਮਾ ਨਿਰਮਲ, ਸਦਾ ਰਹੇ ਗੁਰ ਨਾਲੇ। ਮਨੁੱਖਾ ਜਨਮ ਇੱਕ ਰਤਨ ਹੈ। ਜਿਹਨੇ ਇਹ ਲਾਹਾ ਖੱਟ ਲਿਆ, ਆਪਣੇ ਆਪ ਦੀ ਪਹਿਚਾਣ ਕਰ ਲਈ, ਤੇ ਫਿਰ ਗੁਰੂ ਸਵਾਰੇ ਉਹਦਾ ਜੀਵਨ ਸਫਲਾ ਹੋ ਗਿਆ। ਪਰ ਸਤਿਗੁਰੂ ਕਹਿੰਦੇ ਨੇ ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਵਿਕਾਰਾਂ ਦੀ, ਵਿਸ਼ਿਆਂ ਦੀ ਮੈਲ। ਇਸ ਮੈਲ ਨੂੰ ਧੋ, ਕਿਵੇਂ ਧੋਣਾ? ਗੁਰ ਸ਼ਬਦ ਰਾਹੀਂ। ਸ਼ਬਦ ਨਾਲ ਜੁੜੇਗਾ, ਸ਼ਬਦ ਨਾਲ ਜੁੜਨ ਕਰਕੇ ਤੇਰਾ ਮਨ ਨਿਰਮਲ ਹੋਵੇਗਾ। ਜਦੋਂ ਸਿਰ ਅੰਤःਕਰਨ ਸ਼ੁੱਧ ਹੋ ਗਿਆ, ਫਿਰ ਮਹਿਲ ਘਰ ਸੱਚ ਜਾਣੇ। ਜਿਹੜਾ ਮਹੱਲ ਸਰੂਪ ਪਰਮੇਸ਼ਰ ਹੈ ਨਾ, ਉਹ ਥਾਂ, ਉਹ ਟਿਕਾਣਾ ਜਿੱਥੇ ਉਹਦਾ ਵਾਸਾ ਹੈ, ਜਿੱਥੇ ਬੈਠ ਕੇ ਸਾਰਿਆਂ ਦੀ ਸੰਭਾਲ ਕਰਦਾ। ਆਪਾਂ ਪੜ੍ਹਦੇ ਨਾ ਪਾਤਸ਼ਾਹ ਵਚਨ ਕਿ ਸੋ ਦਰ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਬਾਵਨ ਹਾਰੇ। ਉਹ ਘਰ ਦੀ ਫਿਰ ਪਹਿਚਾਣ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਹੈ। ਤੇ ਸੱਚ ਰੂਪੀ, ਜਿਹੜਾ ਸੱਚ ਸਰੂਪ ਪਰਮੇਸ਼ਰ ਨੂੰ ਅੰਤःਕਰਨ ਦੇ ਵਿੱਚੋਂ ਹੀ ਫਿਰ ਉਹ ਜੀਵ ਪਛਾਣ ਲੈਂਦਾ ਹੈ, ਜਾਣ ਲੈਂਦਾ ਹੈ। ਪਤ ਨਾਮ ਪਾਵਹਿ ਘਰ ਸਿਧਾਵਹਿ, ਝੋਲ ਅੰਮ੍ਰਿਤ ਪੀ ਰਸੋ। ਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਬਚਨ ਕਰਦੇ ਹਨ, ਕਹਿੰਦੇ ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕੀਤਾ, ਰਸ ਮਾਰਨਾ ਕੀਤਾ, ਵਾਹਿਗੁਰੂ ਵਾਹਿਗੁਰੂ ਆਖਣਾ ਕੀਤਾ, ਉਹ ਫਿਰ ਪਤ ਇੱਜ਼ਤ ਦੇ ਸਹਿਤ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰ ਲੈਂਦੇ ਹਨ।
ਉਹਨਾਂ ਨੂੰ ਮਾਣ ਮਿਲਦਾ, ਸਨਮਾਨ ਮਿਲਦਾ ਸਤਿਕਾਰ ਵਿੱਚ, ਸੰਸਾਰ ਵਿੱਚ। ਫਿਰ ਆਪਣੀ ਯਾਤਰਾ ਪੂਰੀ ਕਰਕੇ ਨਾ ਪਰਲੋਕ ਰੂਪੀ ਘਰ ਵਿਖੇ ਉਹ ਸਿਧਾ ਜਾਂਦੇ ਹਨ, ਪਹੁੰਚ ਜਾਂਦੇ ਹਨ। ਇਸ ਲੋਕ ਵਿੱਚ ਵੀ ਮਾਣ ਸਨਮਾਨ ਤੇ ਉਸ ਲੋਕ ਵਿੱਚ ਵੀ ਮਾਣ ਸਨਮਾਨ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ। ਹਰ ਨਾਮ ਧਿਆਈਐ ਸ਼ਬਦ ਰਸ ਪਾਈਐ, ਵੱਡ ਭਾਗ ਜਪੀਐ ਹਰ ਜਸੋ। ਅਖੀਰਲੀ ਪੰਕਤੀ 'ਚ ਗੁਰਦੇਵ ਪਿਤਾ ਜੀ ਬਚਨ ਕਰਦੇ ਹਨ, ਕਹਿੰਦੇ ਭਾਈ ਹਰੀ ਦੇ ਨਾਮ ਨੂੰ ਧਿਆਣਾ ਕਰੀਏ, ਸ਼ਬਦ ਰਸ ਪਾਈਏ, ਸ਼ਬਦ ਦੇ ਰਾਹੀਂ ਰਸ ਨੂੰ ਪਾਈ ਪ੍ਰਾਪਤ ਕਰੀਏ। ਤੇ ਉਹ ਵਡਭਾਗੇ ਹਨ ਜਿਹੜੇ ਹਰ ਸਮੇਂ ਹਰੀ ਪਰਮਾਤਮਾ ਦਾ ਨਾਮ ਨੂੰ ਜਪਦੇ ਨੇ, ਹਰੀ ਦਾ ਜਸ ਕਰਦੇ ਹਨ। ਉਹਨਾਂ ਨੂੰ ਫਿਰ ਇਹ ਰਸ ਦੀ ਪ੍ਰਾਪਤੀ ਹੁੰਦੀ ਹੈ। ਉਹ ਸਾਸ ਗਰਾਸ ਦੁਆਰਾ ਫਿਰ ਅੱਠੇ ਪਹਿਰ ਉਸ ਮਾਲਕ ਦਾ, ਪ੍ਰਭੂ ਦਾ ਸਿਮਰਨ ਕਰਦੇ ਹਨ, ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ, ਆਪਣੇ ਮਨੁੱਖਾ ਜਨਮ ਨੂੰ ਉਹ ਸਫਲਾ ਕਰ ਲੈਂਦੇ ਹਨ। ਇਹ ਗੁਰੂ ਸਵਾਰੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਦਾਸ ਤੋਂ ਬੋਲਦਿਆਂ ਤੋਂ।